KVIF 900 AM ਦੇ ਨਾਲ ਜੁੜ ਬੈਠੇ ਮੇਰੇ ਪਿਆਰੇ ਸਤਿਕਾਰਯੋਗ ਸਰੋਤਿਓ। ਮਿੰਦਰ ਸਿੰਘ ਸੰਧਾਵਾਲੀਆ ਤੁਹਾਡੇ ਲਈ ਮੀਰੀ ਪੀਰੀ ਦਾ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੈ। ਸੋ ਤੁਸੀਂ ਜਿੱਥੇ ਜਿੱਥੇ ਵੀ ਦੇਸ਼ ਵਿਦੇਸ਼ ਵਿੱਚ ਇਸ ਪ੍ਰੋਗਰਾਮ ਨਾਲ ਜੁੜ ਬੈਠੇ ਹੋ, ਤੁਹਾਨੂੰ ਸਾਰਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਨਮਸਤੇ, ਆਦਾਬ ਪੇਸ਼ ਹੈ ਜੀ। ਸੋ ਅੱਜ ਦਾ ਆਪਣਾ ਟੌਪਿਕ ਜਿਹੜਾ ਹੈ, ਮਹਾਰਾਜੇ ਰਣਜੀਤ ਸਿੰਘ ਦੇ ਰਾਜ ਦੇ ਆਖਰੀ ਟਾਈਮ ਆ ਗਿਆ ਹੈ। ਸਭਰਾਵਾਂ ਦੀ ਲੜਾਈ ਇਹ ਆਖਰੀ ਲੜਾਈ ਸੀ। ਇਸ ਤੋਂ ਬਾਅਦ ਅੰਗਰੇਜ਼ਾਂ ਨੇ ਹੌਲੀ ਹੌਲੀ ਪੰਜਾਬ ਸਾਰਾ ਜਿਹੜਾ ਹੈ ਆਪਣੇ ਕਬਜ਼ੇ 'ਚ ਕਰ ਲਿਆ। 100 ਸਾਲ ਉੱਥੇ ਫਿਰ ਰਾਜ ਕੀਤਾ। ਸੋ ਅੱਜ ਆਪਾਂ ਉਸ ਜਿਹੜੀ ਆਖਰੀ ਲੜਾਈ ਅੰਗਰੇਜ਼ਾਂ ਦੀ ਅਤੇ ਸਿੱਖਾਂ ਦੀ, ਸਭਰਾਵਾਂ ਦੀ ਲੜਾਈ, ਉਹਦੇ ਬਾਰੇ ਗੱਲ ਕਰਦੇ ਹਾਂ। ਸੋ 17 ਜਨਵਰੀ 1846 ਦੇ ਦਿਨ ਲਾਡਵਾ ਦੇ ਰਾਜੇ ਰਣਜੋਤ ਸਿੰਘ ਨੇ ਸਤਲੁਜ ਦਰਿਆ ਪਾਰ ਕਰਕੇ ਬੱਦੋਵਾਲ ਦੀ ਅੰਗਰੇਜ਼ ਛਾਉਣੀ 'ਤੇ ਕਬਜ਼ਾ ਕਰ ਲਿਆ ਸੀ। ਅਸਲੀ ਇਹ ਜਿਹੜਾ ਲਾਡਵਾ ਸੀ ਇਹ ਪਹਿਲੋਂ ਰਣਜੋਤ ਸਿੰਘ ਦਾ ਨਹੀਂ ਸੀ। ਉੱਥੋਂ ਦਾ ਜਿਹੜਾ ਹੈਗਾ ਸੀ ਰਾਜਾ, ਉਹਨੇ ਆਪਣੇ ਆਪ ਨੂੰ ਇਹਦੇ ਨਾਲ ਰਲਾ ਲਿਆ ਸੀ। ਉਧਰੋਂ ਕੁਝ ਦਿਨਾਂ ਬਾਅਦ ਹੀ 28 ਜਨਵਰੀ ਨੂੰ ਹੈਨਰੀ ਸਮਿਥ ਨਾਲ ਆਲੀਵਾਲ ਦੇ ਸਥਾਨ 'ਤੇ ਇਹਨਾਂ ਦਾ ਟਾਕਰਾ ਹੋ ਗਿਆ, ਕਿਉਂਕਿ ਉਹ ਬੱਦੋਵਾਲ ਹੀ ਆਣ ਕੇ ਟਿਕ ਸੀ ਰਣਜੋਤ ਸਿੰਘ। ਅਤੇ ਉਸ ਲੜਾਈ ਦੇ ਵਿੱਚ ਹੈਨਰੀ ਸਮਿਥ ਅਤੇ ਰਣਜੋਤ ਸਿੰਘ ਦੀ ਲੜਾਈ 'ਚ ਰਣਜੋਤ ਸਿੰਘ ਨੂੰ ਹਾਰ ਹੋਈ। ਉਸ ਨੂੰ ਕੈਦ ਕਰ ਲਿਆ ਗਿਆ। ਭਾਵੇਂ ਲੁਧਿਆਣੇ ਨੂੰ ਅੰਗਰੇਜ਼ਾਂ ਨੇ ਆਜ਼ਾਦ ਤੇ ਕਰਵਾ ਲਿਆ ਸੀ, ਪਰ ਫਿਰ ਵੀ ਅੰਗਰੇਜ਼ ਅਫਸਰ ਬੁਰੀ ਤਰ੍ਹਾਂ ਘਬਰਾਏ ਅਤੇ ਬੁਖਲਾਏ ਹੋਏ ਸਨ। ਮਿਸਾਲ ਦੇ ਤੌਰ 'ਤੇ ਗਵਰਨਰ ਜਨਰਲ ਅਤੇ ਕਮਾਂਡਰ ਇਨ ਚੀਫ ਹੀ ਬੁਰੀ ਤਰ੍ਹਾਂ ਕੰਬ ਰਹੇ ਸਨ, ਕਿਉਂਕਿ ਪਿਛਲੀਆਂ ਲੜਾਈਆਂ ਦੇ ਵਿੱਚ ਉਹਨਾਂ ਦਾ ਜੋ ਹਸ਼ਰ ਹੋਇਆ ਸੀ ਸਿੱਖਾਂ ਵੱਲੋਂ, ਉਹ ਉਸ ਕਰਕੇ। ਮਿਸਾਲ ਦੇ ਤੌਰ 'ਤੇ ਅਸਲ 'ਚ ਉਸ ਸਮੇਂ ਅੰਗਰੇਜ਼ਾਂ ਨੇ ਪੰਜਾਬ ਜਿੱਤਣ ਦਾ ਖਿਆਲ ਹੀ ਛੱਡ ਦਿੱਤਾ ਸੀ ਅਤੇ ਉਹ ਵਾਪਸ ਲੰਡਨ ਵੱਲ ਵੇਖਣਾ ਸ਼ੁਰੂ ਕਰਤਾ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਜੇ ਇੱਥੇ ਅਸੀਂ ਹਾਰ ਗਏ ਤਾਂ ਸਿੱਖ ਜਿਹੜੇ ਆ ਉਹ ਦਿੱਲੀ ਅਤੇ ਗਾਂਹ ਤੱਕ ਜਿਹੜਾ ਹੈ ਇਹ ਜ਼ਰੂਰ ਸਾਡਾ ਪਿੱਛਾ ਕਰਨਗੇ। ਅਤੇ ਜੇ ਕਦੀ ਇਹ ਕੰਮ ਹਰੀ ਸਿੰਘ ਨਲੂਆ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਂਦਿਆਂ ਹੋ ਜਾਂਦਾ ਤਾਂ ਫਿਰ ਇਹ ਸੱਚ ਵੀ ਹੋ ਜਾਣਾ ਸੀ। ਕਨਿੰਗਮ ਅਨੁਸਾਰ ਸਿੱਖ ਫੌਜ ਦੀ ਤਾਕਤ ਉਹਨਾਂ ਨੂੰ ਹਊਆ ਲੱਗ ਪਈ ਸੀ। ਕਨਿੰਗਮ ਨੇ ਬੜੀਆਂ ਸੱਚੀਆਂ ਗੱਲਾਂ ਲਿਖੀਆਂ ਸੀ ਕਨਿੰਗਮ ਨੇ, ਅਤੇ ਉਸ ਨੂੰ ਇਹ ਸੱਚੀਆਂ ਗੱਲਾਂ ਲਿਖਣ ਦਾ ਕਰਕੇ ਨਾ ਉਹਨਾਂ ਨੇ ਫੌਜ ਦੇ ਵਿੱਚੋਂ ਫਿਰ ਕੱਢ ਵੀ ਦਿੱਤਾ ਸੀ। 27 ਜਨਵਰੀ 1846 ਨੂੰ ਗੁਲਾਬ ਸਿੰਘ ਵੀ ਜੰਮੂ ਤੋਂ ਲਾਹੌਰ ਪਹੁੰਚ ਗਿਆ ਅਤੇ ਸਰਕਾਰ ਦੀ ਕਮਾਂਡ ਸੰਭਾਲ ਲਈ ਉਹਨੇ ਆ ਗਿਆ। ਪਰ ਉਹ ਆਪ ਵੀ ਤਾਕਤਵਰ ਖਾਲਸਾ ਫੌਜ ਤੋਂ ਡਰਿਆ ਸੀ। ਇਹੋ ਰੀਜ਼ਨ ਸੀ ਕਿ ਇਹਨਾਂ ਨੇ ਜਿੰਨੇ ਇਹਨਾਂ ਦੇ ਜਨਰਲ ਬਣਦੇ ਸੀ, ਉਹ ਹਰ ਹਾਲਤ ਵਿੱਚ ਜਿਹੜੀ ਇਹ ਸਿੱਖ ਫੌਜ ਦੀ ਤਾਕਤ ਸੀ ਇਹਨੂੰ ਘਟਾਉਣਾ ਚਾਹੁੰਦੇ ਸੀ, ਇਹਨੂੰ ਤਬਾਹ ਕਰਨਾ ਚਾਹੁੰਦੇ ਸੀ। ਫਿਰ ਇਸ ਤੋਂ ਬਾਅਦ ਉਹ ਲਾਹੌਰ ਤੋਂ ਸਭਰਾਵਾਂ 'ਤੇ ਪਹੁੰਚ ਗਿਆ ਅਤੇ ਜਾਂਦਿਆਂ ਗੁਲਾਬ ਸਿੰਘ ਨੇ ਜਿਹੜੀਆਂ ਹਾਰੀਆਂ ਪਿਛਲੀਆਂ ਫੌਜਾਂ ਸਨ ਪਿਛਲੇ ਲੜਾਈਆਂ ਦੇ ਵਿੱਚ, ਉੱਥੇ ਆਪਣਾ ਉਹਨਾਂ ਨੂੰ ਬੁਰਾ ਭਲਾ ਕਹਿ ਕੇ ਆਪਣਾ ਰੋਹ ਪਾਉਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਬੁਰਾ ਭਲਾ ਕਿਹਾ। ਪਰ ਦੂਜੇ ਪਾਸੇ ਅੰਗਰੇਜ਼ਾਂ ਅਤੇ ਲਾਹੌਰ ਸਰਕਾਰ ਦੇ ਗਦਾਰਾਂ ਲਾਲ ਸਿਉਂ, ਤੇਜ ਸਿਉਂ ਅਤੇ ਗੁਲਾਬ ਸਿਉਂ, ਇਹਨਾਂ ਨਾਲ ਅੰਗਰੇਜ਼ਾਂ ਦਾ ਆਪਸ ਵਿੱਚ ਸਮਝੌਤਾ ਹੋ ਗਿਆ ਸੀ। ਪਹਿਲਾਂ ਅੰਗਰੇਜ਼ ਫੌਜ ਨੂੰ ਸਿੱਖ ਫੌਜ ਉੱਪਰ ਹਾਵੀ ਕਰਵਾਇਆ ਜਾਵੇ। ਫੈਸਲਾ ਇਹ ਇਹਨਾਂ ਨੇ ਕੀਤਾ ਉੱਥੇ ਕਿ ਪਹਿਲਾਂ ਤਾਂ ਸਿੱਖ ਫੌਜ ਨੂੰ ਹਰਾਇਆ ਜਾਵੇ ਅੰਗਰੇਜ਼ਾਂ ਪਾਸੋਂ, ਅਤੇ ਉਸ ਤੋਂ ਬਾਅਦ ਇਹਨਾਂ ਨੂੰ ਮਰਨਾ, ਆਪ ਪਿੱਛੇ ਹਟ ਜਾਓ, ਇਹਨਾਂ ਨੂੰ ਇਕੱਲਿਆਂ ਨੂੰ ਮਰਨਾ ਛੱਡ ਦਿਓ ਉੱਥੇ। ਅਤੇ ਉਸ ਦੇ ਬਾਅਦ ਜਿਹੜਾ ਹੈ ਇਹਨਾਂ ਨੂੰ ਜੰਗੀ ਸਮਾਨ ਪੂਰਾ ਉਹ ਵੀ ਨਾ ਦਿੱਤਾ ਜਾਵੇ। ਅਤੇ ਜਦੋਂ ਇਹ ਹਾਰ ਜਾਣ, ਕੋਈ ਤਾਂ ਮਰ ਜਾਣਗੇ, ਬਾਕੀ ਜਿਹੜੇ ਹਾਰ ਜਾਣ ਉਹਨਾਂ ਨੂੰ ਲਾਹੌਰ ਦਰਬਾਰ ਜਿਹੜਾ ਉਹ ਫੌਜ ਵਿੱਚੋਂ ਕੱਢ ਦੇਵੇ, ਤਾਂ ਕਿ ਇਹ ਫੌਜ ਜਿਹੜੀ ਆ ਇਹਦੀ ਤਾਕਤ ਬਹੁਤ ਘੱਟ ਜਾਵੇ ਅਤੇ ਅੰਗਰੇਜ਼ਾਂ ਨੂੰ ਪੰਜਾਬ ਉੱਪਰ ਰਾਜ ਕਰਨ ਵੇਲੇ ਕਿਸੇ ਬਗਾਵਤ ਦਾ ਖਤਰਾ ਨਾ ਰਹੇ। ਇਹ ਸਾਰੀ ਪਲਾਨ ਸੀ ਹੋਈ। ਕਨਿੰਗਮ ਕਹਿੰਦਾ ਕਿ ਸਾਜ਼ਿਸ਼ਾਂ ਭਰੇ ਇਸ ਸ਼ਰਮਨਾਕ ਗਦਾਰੀ ਦੇ ਮਾਹੌਲ ਵਿੱਚ ਸਭਰਾਵਾਂ ਦੀ ਲੜਾਈ ਲੜੀ ਗਈ। ਡਾਕਟਰ ਗੰਡਾ ਸਿੰਘ ਨੇ ਆਪਣੀ ਕਿਤਾਬ ਵਿੱਚ ਹਿਊ ਮਰੇ ਬਾਰੇ ਕਿਹਾ ਵਾ ਕਿ ਉਹਨੇ ਵੀ
ਇੱਕ ਹੋਰ ਜਿਹੜਾ ਲਿਖਾਰੀ ਸੀ ਉਹਨੇ ਵੀ ਆਪਣੀ ਇੱਕ ਲਿਖਤ ਵਿੱਚ ਲਿਖਿਆ ਸੀ ਕਿ ਇਹੋ ਜਿਹੀ ਗਦਾਰੀ ਵਾਲੀ ਲੜਾਈ ਦੀ ਮਿਸਾਲ ਅਜੋਕੇ ਜਾਂ ਪ੍ਰਾਚੀਨ ਮਤਲਬ ਮਾਡਰਨ ਜਾਂ ਪੁਰਾਣੇ ਸਮਿਆਂ ਦੇ ਵਿੱਚ ਵੀ ਉਹ ਕਹਿੰਦਾ ਕਿਧਰੇ ਵੀ ਨਹੀਂ ਸੀ ਮਿਲਦੀ ਜਿੱਥੇ ਲੀਡਰ ਹੀ ਗਦਾਰ ਹੋਣ। ਫੇਰੂ ਸ਼ਾਹ ਦੀ ਹਾਰ ਬਾਅਦ ਰਾਣੀ ਜਿੰਦਾ ਨੇ 25 ਦਸੰਬਰ 1845 ਨੂੰ ਇੱਕ ਬਹੁਤ ਭਾਵਪੂਰਕ ਚਿੱਠੀ ਲਿਖ ਕੇ ਸ਼ਾਮ ਸਿੰਘ ਅਟਾਰੀ ਨੂੰ ਸੁਨੇਹਾ ਭੇਜਿਆ। 28 ਦਸੰਬਰ 1845 ਨੂੰ ਆਪਣੇ ਘੋੜਸਵਾਰ ਸਾਥੀਆਂ ਦੇ ਨਾਲ ਲਾਹੌਰ ਮਹਾਰਾਣੀ ਜਿੰਦਾ ਪਾਸ ਪਹੁੰਚ ਗਿਆ ਤੇ ਹਰਚੰਦ ਸਿੰਘ ਦੇ ਲਫ਼ਜ਼ਾਂ ਦੇ ਵਿੱਚ ਵੱਜੇ ਢੋਲ ਨਗਾਰੇ ਜਦੋਂ ਵਿੱਚ ਅਟਾਰੀ ਦੇ ਆਏ ਵੇਖਣ ਲੋਕੀ ਛੱਡ ਕੇ ਕਾਰ ਵਿਹਾਰ ਕਰ ਅਰਦਾਸੇ ਜੰਗ ਨੂੰ ਚੜ੍ਹੇ ਪੁੱਤਰ ਮਾਵਾਂ ਦੇ ਜਿੱਤ ਦੀ ਲਾਜਕਾਰੇ ਸਾਂਭ ਲਏ ਹਥਿਆਰ। ਸ਼ਾਮ ਸਿੰਘ ਅਟਾਰੀ ਧਰਿਆ ਪੈਰ ਰਕਾਬ ਤੇ ਚਿੱਟੇ ਘੋੜੇ ਉੱਤੇ ਚੜ੍ਹ ਬੈਠਾ ਸਰਦਾਰ। ਚਿੱਟਾ ਦਾੜਾ ਤੇ ਗਲ ਵਿੱਚ ਚਿੱਟਾ ਕੁੜਤਾ ਏ ਸਜਾਈ ਸੀਸ ਉੱਤੇ ਸੀ ਉਸ ਚਿੱਟੀ ਦਸਤਾਰ। ਸਾਰੇ ਸ਼ਸਤਰ ਪਾ ਕੇ ਕਮਰ ਕੱਸਾ ਕਰ ਬੈਠਾ ਲਵਾਂਗ ਜਵਾਨਾ ਜਾਪੇ ਚਿਹਰੇ ਦੀ ਝਲਕਾਰ। ਹਾਥੀਆਂ ਜੈਸੇ ਘੋੜੇ ਪਾਲੇ ਨਾਲ ਖੁਰਾਕਾਂ ਦੇ ਸਰੂਆਂ ਵਰਗੇ ਗੱਭਰੂ ਉੱਤੇ ਨੇ ਅਸਵਾਰ। ਬਾਬਾ ਬੰਦਾ ਸਿੰਘ ਸੀ ਤੁਰਿਆ ਜਿਵੇਂ ਨਦੇੜ ਤੋਂ ਤੁਰੇ ਜੰਗ ਨੂੰ ਯੋਧੇ ਧਿਆ ਕੇ ਦਸਮ ਦਾ ਤਾਰ। ਸੋ ਹੁਣ ਸ਼ਾਮ ਸਿੰਘ ਅਟਾਰੀ ਆਪਣੇ ਸਾਥੀਆਂ ਨਾਲ ਸਭਰਾਈ ਪਹੁੰਚ ਗਿਆ ਹੈ। ਉਹਨਾਂ ਦੀ ਹਾਜ਼ਰੀ ਨੇ ਸਿੱਖ ਫੌਜਾਂ ਵਿੱਚ ਪਹਿਲੋਂ ਉਹ ਲਾਹੌਰ ਆਇਆ ਮਹਾਰਾਣੀ ਜਿੰਦਾ ਪਾਸ, ਉਸ ਤੋਂ ਬਾਅਦ ਫਿਰ ਸਭਰਾਵੀਂ ਗਿਆ ਸੀ ਅਤੇ ਉਹਨਾਂ ਦੀ ਹਾਜ਼ਰੀ ਨੇ ਸਿੱਖ ਫੌਜਾਂ ਵਿੱਚ ਨਵਾਂ ਉਤਸ਼ਾਹ ਜਿਹੜਾ ਸੀ ਉਹ ਭਰ ਦਿੱਤਾ ਸੀ। ਪਰ ਵਿੱਚੇ ਹੀ ਅੰਗਰੇਜ਼ਾਂ ਦੀ ਗੁਲਾਬ ਸਿਉਂ ਨਾਲ ਗੱਲਬਾਤ ਚੱਲ ਰਹੀ ਸੀ। ਦੋਵੇਂ ਧਿਰਾਂ ਸਿੱਖ ਅਤੇ ਅੰਗਰੇਜ਼ ਇਸ ਲੜਾਈ ਨੂੰ ਛੇਤੀ ਖਤਮ ਕਰਨੀ ਚਾਹੁੰਦੇ ਸਨ। ਸੋ ਗੁਲਾਬ ਸਿਉਂ ਤੇ ਲਾਰਡ ਹਾਰਡਿੰਗ ਦੇ ਵਿੱਚ ਇੱਕ ਸਮਝੌਤਾ ਹੋਇਆ। ਅਸਲ ਵਿੱਚ ਅੰਗਰੇਜ਼ ਪਿਛਲੀਆਂ ਲੜਾਈਆਂ ਦੇਖ ਕੇ ਇੰਨੇ ਘਬਰਾ ਗਏ ਸਨ ਕਿ ਉਹ ਹੁਣ ਲਾਹੌਰ ਵਿੱਚ ਸਿੱਖਾਂ ਦੀ ਬਾਦਸ਼ਾਹੀ ਮੰਨਣ ਲਈ ਵੀ ਤਿਆਰ ਹੋ ਗਏ ਸਨ, ਬਸ਼ਰਤੇ ਕਿ ਸਿੱਖ ਲੀਡਰਸ਼ਿਪ ਜਿਹੜੀ ਆ ਉਹ ਆਪਣੀ ਫੌਜ ਨੂੰ ਬੇਹਥਿਆਰ ਕਰ ਦੇਵੇ, ਮਤਲਬ ਬਹੁਤ ਉਹਦੀ ਤਾਕਤ ਘਟਾ ਦੇਵੇ। ਪਰ ਰਾਜਾ ਗੁਲਾਬ ਸਿੰਘ ਨੇ ਆਪਣੇ ਆਪ ਨੂੰ ਇਹ ਕਰਨ ਤੋਂ ਅਸਮਰਥਾ ਪ੍ਰਗਟ ਕੀਤੀ ਕਿ ਉਹਦੇ 'ਚ ਇਹ ਤਾਕਤ ਨਹੀਂ ਹਾਲੇ ਕਿ ਉਹ ਇਸ ਤਰ੍ਹਾਂ ਕਰ ਲਵੇ, ਕਿਉਂਕਿ ਖਾਲਸਾ ਫੌਜ ਵਿੱਚ ਅਜੇ ਵੀ ਬਹੁਤ ਤਾਕਤਵਰ ਫੌਜੀ ਅਫਸਰ ਜਿਹੜੇ ਆ ਉਹ ਸਨ ਜੋ ਉਸਦੇ ਕਿਸੇ ਵੀ ਹੁਕਮ ਨੂੰ ਮੰਨਣ ਤੋਂ ਇਨਕਾਰ ਕਰ ਸਕਦੇ ਸੀ। ਅਖੀਰ ਦੋਵਾਂ ਧਿਰਾਂ ਵਿੱਚ ਫੈਸਲਾ ਇਹ ਹੋਇਆ ਕਿ ਪਹਿਲਾਂ ਸਿੱਖ ਫੌਜ ਨੂੰ ਅੰਗਰੇਜ਼ਾਂ ਪਾਸੋਂ ਹਰਾਇਆ ਜਾਵੇ, ਬਾਅਦ ਵਿੱਚ ਹਾਰੀ ਹੋਈ ਫੌਜ ਨੂੰ ਫੌਜ ਵਿੱਚੋਂ ਕੱਢ ਦਿੱਤਾ ਜਾਵੇ। ਗੁਲਾਬ ਸਿੰਘ ਇਹ ਸਾਰੀਆਂ ਗਦਾਰੀਆਂ ਜੰਮੂ ਦਾ ਰਾਜ ਭਾਗ ਲੈਣ ਲਈ ਕਰ ਰਿਹਾ ਸੀ। ਸਭਰਾਵਾਂ ਦੀ ਲੜਾਈ ਵਿੱਚ ਹੁਣ 20,000 ਸਿੱਖ ਫੌਜੀ ਬਾਕੀ ਰਹਿ ਗਏ ਸਨ ਸਾਰੀ ਫੌਜ 'ਚੋਂ, ਜਿਹੜੇ ਇੱਥੇ ਸਭਰਾਵਾਂ ਦੀ ਲੜਾਈ ਤੱਕ ਪਹੁੰਚ ਗਏ। ਬਹੁਤੇ ਪਹਿਲੀਆਂ ਜਿਹੜੀਆਂ 3-4 ਲੜਾਈਆਂ ਹੋਈਆਂ ਸੀ ਉਹਨਾਂ ਦੇ ਵਿੱਚ ਜਾਂ ਤਾਂ ਮਾਰੇ ਗਏ ਸਨ ਲੜਦੇ ਅਤੇ ਜਾਂ ਫਿਰ ਜ਼ਖਮੀ ਹੋ ਗਏ ਸਨ, ਅਤੇ ਕੁਝ ਜਿਹੜੇ ਆ ਉਹ ਵਾਪਸ ਅੰਮ੍ਰਿਤਸਰ ਚਲੇ ਗਏ ਸੀ। ਸੋ ਸ਼ਾਮ ਸਿੰਘ ਅਟਾਰੀ ਦੇ ਪਹੁੰਚਣ 'ਤੇ ਇਹਨਾਂ ਤਿੰਨਾਂ ਸਰਦਾਰਾਂ ਨੂੰ ਵੀ ਫਿਕਰ ਪੈ ਗਿਆ, ਲਾਲ ਸਿਉਂ, ਤੇਜ ਸਿਉਂ ਅਤੇ ਗੁਲਾਬ ਸਿਉਂ ਨੂੰ। ਉਹਨਾਂ ਦੀਆਂ ਗੋਰਿਆਂ ਨਾਲ ਬਣਾਈਆਂ ਸਕੀਮਾਂ ਉੱਤੇ ਕਿਧਰੇ ਪਾਣੀ ਨਾ ਫਿਰ ਜਾਵੇ। ਸੋ ਇਹਨਾਂ ਨੇ ਆਪਸ ਵਿੱਚ ਇਸ ਹਾਲਾਤ ਨੂੰ ਨਜਿੱਠਣ ਲਈ ਵੀ ਸੋਚ ਵਿਚਾਰ ਕੀਤੀ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਖਾਤਮਾ ਅਤੇ ਸਿੱਖਾਂ ਦੀ ਤਬਾਹੀ ਦੀ ਸ਼ੁਰੂਆਤ ਹੋ ਚੁੱਕੀ ਸੀ। ਦੋਵਾਂ ਪਾਸਿਓਂ ਆਪੋ ਆਪਣੇ ਮੋਰਚੇ ਸੰਭਾਲ ਲਏ ਗਏ। ਸਿੱਖਾਂ ਨੇ ਦਰਿਆ ਦੇ ਖੱਬੇ ਕੰਢੇ ਉੱਪਰ ਇੱਕ ਕੱਚਾ ਕਿਲ੍ਹਾ ਉਸਾਰਿਆ। ਅੰਗਰੇਜ਼ੀ ਸਕੀਮ ਮੁਤਾਬਕ ਗੁਲਾਬ ਸਿੰਘ ਨੇ ਜੰਗ ਵਿੱਚ ਦੇਰੀ ਕਰਨੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਅੰਗਰੇਜ਼ਾਂ ਦੀ ਨਵੀਂ ਫੌਜ ਅਤੇ ਭਾਰੀ ਤੋਪਖਾਨਾ ਦਿੱਲੀ ਤੋਂ ਹਾਲੇ ਪਹੁੰਚਿਆ ਨਹੀਂ ਸੀ। ਸੋ 8 ਫਰਵਰੀ ਤੱਕ ਅੰਗਰੇਜ਼ਾਂ ਨੇ ਵੀ ਆਪਣੇ ਮੋਰਚੇ ਮੱਲ ਲਏ, ਉਹਨਾਂ ਦੀ ਨਵੀਂ ਫੌਜ ਵੀ ਆ ਗਈ, ਨਵਾਂ ਤੋਪਖਾਨਾ ਵੀ ਆ ਗਿਆ, ਅਤੇ ਸਿੰਘਾਂ ਨੇ ਵੀ ਕੱਚੇ ਕਿਲ੍ਹੇ ਵਿੱਚ ਮੋਰਚਾਬੰਦੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ। ਕਨਿੰਘਮ ਅਨੁਸਾਰ ਸਿੰਘਾਂ ਵੱਲੋਂ ਕੀਤੀ ਜਾਣ ਵਾਲੀ ਲੜਾਈ ਦੇ ਸਾਰੇ ਭੇਦ ਵੀ ਕਿਹੜੇ ਪਾਸੇ ਕੀ ਹੈ, ਮਿਡਲ 'ਚ ਕੀ ਹੈ, ਸੱਜੇ ਕੀ ਹੈ, ਖੱਬੇ ਕੀ ਹੈ, ਕਿੱਥੇ ਕਮਜ਼ੋਰੀ ਹੈ, ਕਿੱਥੇ, ਉਹ ਸਾਰੀ ਚੀਜ਼ ਜਿਹੜੀ ਸੀ ਜੋ ਸੀਕਰਟ ਸੀ
ਉਹ ਸਾਰੀ ਲਾਲ ਸਿਉ ਨੇ ਆਪਣੇ ਚਿੱਠੀ ਪੱਤਰ ਕਰਨ ਵਾਲੇ ਨੌਕਰ ਨੂਰਦੀਨ ਪਠਾਨ ਕਸੂਰੀ ਦੇ ਰਾਹੀਂ ਅੰਗਰੇਜ਼ ਅਫਸਰ ਨਿਕਲਸਨ ਤੱਕ ਪਹੁੰਚਾ ਦਿੱਤੀ। ਸੋ ਹਰਚੰਦ ਸਿੰਘ ਅਨੁਸਾਰ 9 ਫਰਵਰੀ ਗੋਰਿਆਂ ਫੌਜ ਤਾਈਂ ਥਾਂ ਥਾਈਂ ਆਣ ਲਗਾਇਆ ਏ। 3 ਹਿੱਸਿਆਂ ਵਿੱਚ ਹੈ ਫੌਜ ਮੰਡੀ, ਤੋਪਖਾਨਾ ਲਿਆ ਟਿਕਾਇਆ ਏ। ਰੋਬਰਟ ਡਿਕ ਖੱਬੇ, ਹੈਰੀ ਸਮਿਥ ਸੱਜੇ ਤੇ ਗਿਲਬਰਟ ਨੂੰ ਵਿਚਕਾਰ ਖੜਾਇਆ ਏ। ਹਰਚੰਦ ਸਿੰਘਾ 120 ਤੋਪਾਂ ਦੇ 25,000 ਦਾ ਕਟਕ ਚੜਾਇਆ ਏ। ਸੋ ਅੰਗਰੇਜ਼ਾਂ ਪਾਸ 25,000 ਫੌਜ ਸੀ ਤੇ 120 ਤੋਪਾਂ ਸਨ। ਦੂਸਰੇ ਪਾਸੇ ਸਭਰਾਵਾਂ ਆਣ ਸਿੱਖਾਂ ਦਾ ਇਕੱਠ ਜੁੜਿਆ ਤੇ ਚੜ੍ਹ ਸੂਰਮੇ 20,000 ਆਏ। ਸਿੱਖ ਚੜਿਆ ਉਹ 20,000 ਸਨ ਅਪਰੋਕਸ। ਕੁਝ ਪੈਦਲ ਫੜ ਹਥਿਆਰ ਆਏ ਤੇ ਕੁਝ ਘੋੜਿਆਂ ਤੇ ਹੋ ਸਵਾਰ ਆਏ। ਕੱਚੇ ਕਿਲੇ 'ਚ ਮੋਰਚੇ ਲਾ ਬੈਠੇ ਤੇ ਮਰਨ ਮਾਰਨ ਦਾ ਕਰ ਇਕਰਾਰ ਆਏ। ਹਰਚੰਦ ਸਿੰਘਾ ਭੁੱਖੇ ਸ਼ੇਰ ਵਾਂਗੂ ਤੇ ਸਿੰਘ ਵੈਰੀ ਦਾ ਕਰਨ ਸ਼ਿਕਾਰ ਆਏ। 200 ਜੰਬੂਰ ਕੇ ਬੀੜ ਅੱਗੇ ਤੇ ਸਿੰਘਾਂ ਮੱਲਿਆ ਮੁੜ ਮੈਦਾਨ ਭਾਈ। 67 ਤੋਪਾਂ ਸਿੰਘਾਂ ਦੇ ਪਾਸ ਬਚੀਆਂ ਤੇ ਦਰਿਆਓਂ ਪਾਰ ਦਿੱਤੀਆਂ ਤਾਣ ਭਾਈ। ਸਤਲੁਜ ਤੇ ਪੁਲਸੀ ਬੇੜੀਆਂ ਦਾ ਜਿਸ ਤੇ ਆਉਂਦਾ ਜਾਂਦਾ ਸਮਾਨ ਭਾਈ। ਤੇ ਹਰਚੰਦ ਸਿੰਘਾ ਤੇਜ਼ ਸਿਉਂ ਸੀ ਕਰਦਾ ਸਾਰੀ ਫੌਜ ਦੀ ਉੱਥੇ ਕਮਾਨ ਭਾਈ। ਹੁਣ 10 ਫਰਵਰੀ ਦਾ ਦਿਨ ਆ ਗਿਆ। ਸਭਰਾਵੀਂ ਦੋਵੇਂ ਪਾਸੇ ਜਿਹੜੀ ਕਰੋ ਤੇ ਮਰੋ ਦੀ ਲੜਾਈ ਜਿਹੜੀ ਆ ਉਸ ਦਿਨ ਹੋਈ ਆ। 10 ਫਰਵਰੀ ਦਾ ਸੂਰਜ ਚੜ੍ਹਦਿਆਂ ਹੀ ਅੰਗਰੇਜ਼ਾਂ ਨੇ ਆਪਣੀਆਂ ਤੋਪਾਂ ਨੂੰ ਪਲੀਤੇ ਲਾ ਦਿੱਤੇ। ਦੂਸਰੇ ਪਾਸੇ ਸਿੱਖ ਵੀ ਤਿਆਰ ਬੈਠੇ ਸਨ, ਉਹਨਾਂ ਨੇ ਵੀ ਆਪਣੀਆਂ ਤੋਪਾਂ ਦੇ ਮੂੰਹ ਖੋਲ੍ਹ ਦਿੱਤੇ। ਸੋ 3 ਘੰਟੇ ਤੋਪਾਂ ਦੀ ਜੰਗ ਚੱਲੀ। ਦੋਵੇਂ ਪਾਸਿਓਂ ਗੋਲੇ ਵਰਨ ਲੱਗੇ। ਘੋੜੇ, ਹਾਥੀ, ਮਰਦ, ਜਵਾਨ ਉੱਥੇ ਫੱਟ ਖਾ ਖਾ ਸਾਰੇ ਮਰਨ ਲੱਗੇ। ਪੈਦਲ ਅਤੇ ਅਸਵਾਰ ਵੀ ਹੋ ਨੇੜੇ ਹੱਥੋਂ ਹੱਥੀ ਲੜਾਈ ਲੜਨ ਲੱਗੇ ਤੇ ਹਰਚੰਦ ਸਿੰਘਾ ਤਬਾਹੀ ਹੋਣ ਲੱਗੀ ਤੇ ਮਾਰ ਮਾਰ ਜ਼ਮੀਨ ਤੇ ਧਰਨ ਲੱਗੇ। ਸਰ ਰੋਬਰਟ ਡਿਕ ਅਤੇ ਡਫ ਨੇ ਆਪਣੀਆਂ 4 ਪਲਟਨਾਂ ਨੂੰ ਅੱਗੇ ਕਰਕੇ ਸਿੱਖਾਂ ਦੇ ਕੱਚੇ ਕਿਲੇ ਦੀ ਕੰਧ ਵਿੱਚ ਗੋਲੇ ਮਾਰ ਮਾਰ ਕੇ ਪਾੜ ਪਾ ਦਿੱਤਾ। ਪਰ ਅੱਗੋਂ ਸਿੰਘਾਂ ਨੇ ਐਸਾ ਹੱਥ ਵਿਖਾਇਆ ਕਿ ਅੰਗਰੇਜ਼ ਜ਼ਖਮੀ ਹੋ ਪਿੱਛੇ ਮੁੜਨ ਲੱਗ ਪਏ, ਜਿਹੜੀ ਕਿ ਉਹਨਾਂ ਨੂੰ ਆਸ ਨਹੀਂ ਸੀ। ਸਿੰਘਾਂ ਦਾ ਹੱਥ ਉੱਪਰ ਹੋ ਰਿਹਾ ਸੀ। ਅੰਗਰੇਜ਼ਾਂ ਦੇ 3 ਹਮਲੇ ਬੁਰੀ ਤਰ੍ਹਾਂ ਸਿੰਘਾਂ ਨੇ ਪਛਾੜ ਦਿੱਤੇ ਸਨ। ਸੋ ਹਰਚੰਦ ਸਿੰਘ ਲਿਖਦਾ ਕਿ ਅੱਧਾ ਦਿਨ ਜਦ ਲੜਦਿਆਂ ਬੀਤ ਗਿਆ ਤੇ ਜ਼ੋਰ ਪੂਰਾ ਫਰੰਗੀਆਂ ਲਾਇਆ ਏ। ਸਿੰਘਾਂ ਦਿੱਤਾ ਸਬੂਤ ਬਹਾਦਰੀ ਦਾ ਤੇ ਵੈਰੀ ਪਾਸਿਓਂ ਪਿੱਛੇ ਹਟਾਇਆ ਏ। ਖਿੱਚ ਖਿੱਚ ਜੰਬੂਰ ਕੇ ਕਰਨ ਅੱਗੇ ਤੇ ਘੋੜ ਸਵਾਰਾਂ ਵੀ ਭੜਥੂ ਪਾਇਆ ਏ ਤੇ ਹਰਚੰਦ ਸਿੰਘਾਂ ਵੱਧਦੇ ਜਾਣ ਅੱਗੇ ਜੋਸ਼ ਇਹਨਾਂ ਸਿੰਘਾਂ ਨੂੰ ਆਇਆ ਏ। ਅੰਗਰੇਜ਼ਾਂ ਨੂੰ ਪਿੱਛੇ ਹਟਦਿਆਂ ਦੇਖ ਸਿੱਖ ਗਦਾਰਾਂ ਨੂੰ ਵੀ ਪਸੀਨੇ ਆਉਣ ਲੱਗ ਪਏ। ਗਦਾਰ ਡੋਗਰੇ ਲਾਲ ਸਿਉਂ ਤੇ ਤੇਜ਼ ਸਿਉਂ ਉਸੇ ਵਕਤ ਆਪਣੀਆਂ ਹਜ਼ਾਰਾਂ ਫੌਜਾਂ ਜਿਹੜੇ ਸਾਥੀ ਉਹਨਾਂ ਦੇ ਸਨ, ਉਹਨਾਂ ਦੇ ਡਾਇਰੈਕਟ ਅੰਦਰ ਉਹਨਾਂ ਦੇ ਅਧੀਨ ਸਨ, ਉਹਨਾਂ ਨੂੰ ਲੈ ਕੇ ਤੇ ਮੈਦਾਨ ਛੱਡ ਕੇ ਸਤਲੁਜ ਤੋਂ ਦੂਸਰੇ ਪਾਸੇ ਪਹੁੰਚ ਗਏ। ਪਰ ਲੜਾਈ ਦੇ ਉਸ ਮੈਦਾਨ ਵਿੱਚ ਤਾਂ ਸ਼ਾਮ ਸਿੰਘ ਅਟਾਰੀ ਸਿੱਖ ਫੌਜੀਆਂ ਨਾਲ ਅੰਗਰੇਜ਼ਾਂ ਦੇ ਆਹੂ ਲਾ ਰਹੇ ਸਨ। ਹੁਣ ਜਦੋਂ ਸਿੱਖਾਂ ਨੇ ਕਿਲੇ ਵਿੱਚੋਂ ਤੋਪਾਂ ਚਲਾਉਣੀਆਂ ਸ਼ੁਰੂ ਕੀਤੀਆਂ ਤਾਂ ਵੇਖਿਆ ਕਿ ਪੇਟੀਆਂ ਵਿੱਚ ਬਰੂਦ ਦੀ ਜਗ੍ਹਾ ਸਰੋਂ ਤੇ ਰੇਤ ਭਰੀ ਪਈ ਸੀ। ਉੱਥੇ ਵੀ ਇਹਨਾਂ ਨੇ ਧੋਖਾ ਕੀਤਾ ਗਦਾਰਾਂ ਨੇ। ਇਸ ਤੋਂ ਵੀ ਵੱਡੀ ਗਦਾਰੀ ਇਹ ਕਰ ਦਿੱਤੀ ਕਿ ਸਤਲੁਜ ਉੱਪਰ ਬਣਿਆ ਬੇੜੀਆਂ ਦਾ ਪੁਲ ਜਿਹੜਾ ਹੈ ਉਹ ਵੀ ਆਪ ਤੇ ਉਹ ਸਤਲੁਜ ਤੋਂ ਪਾਰ ਚਲੇ ਗਏ, ਪਰ ਜਾਂਦਿਆਂ ਉਹਨਾਂ ਉਹ ਪੁਲ ਵੀ ਤੋੜਤਾ ਤਾਂ ਕਿ ਇੱਧਰੋਂ ਕੋਈ ਵੀ ਸਿੱਖ ਬਚ ਕੇ ਉੱਧਰ ਵਾਪਸ ਨਾ ਜਾ ਸਕੇ। ਸੋ ਇਸ ਤੋਂ ਵੀ ਵੱਧ ਗੁਲਾਬ ਸਿਉਂ ਨੇ ਤੇ ਤੇਜ਼ ਸਿਉਂ ਨੇ 10 ਤੋਪਾਂ ਦੂਸਰੇ ਪਾਸੇ ਸਤਲੁਜ ਦੇ ਦੂਸਰੇ ਕੰਢੇ ਤੇ ਜਿਹੜੀਆਂ ਉਹ ਲਾਈਆਂ ਤੇ ਜਿਹੜਾ ਵੀ ਸਿੱਖ ਫੌਜੀ ਵਾਪਸ ਜਾਂਦਾ ਉਸ ਨੂੰ ਗਦਾਰ ਕਹਿ ਕੇ ਗੋਲਿਆਂ ਨਾਲ ਉਡਾ ਦਿੰਦੇ। ਹੁਣ ਦੱਸੋ, ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗ ਪਊਗੀ ਤੇ ਫਿਰ ਫਸਲ ਉੱਥੇ ਕੀ ਕਰੂਗੀ। ਬਹੁਤ ਸਾਰੇ ਸਿੱਖ ਫੌਜੀ ਸ਼ਹੀਦੀਆਂ ਪਾ ਚੁੱਕੇ ਸਨ। ਬਰੂਦ ਵੀ ਖਤਮ ਹੋ ਗਿਆ ਸੀ। ਅੰਗਰੇਜ਼ਾਂ ਦੇ ਹਮਲੇ ਤਿੱਖੇ ਹੋ ਗਏ ਸਨ। ਉਸ ਵਕਤ ਵੀ ਸ਼ਾਮ ਸਿੰਘ ਅਟਾਰੀ ਆਪਣੇ ਸੂਰਬੀਰ ਸਾਥੀਆਂ ਨੂੰ ਨਾਲ ਲੈ ਕੇ ਚਿੱਟੇ ਘੋੜੇ ਅਤੇ ਚਿੱਟੇ ਬਸਤਰਾਂ ਵਿੱਚ ਅੰਗਰੇਜ਼ਾਂ ਦੀ 50 ਨੰਬਰ ਪਲਟਨ ਉੱਤੇ ਜਾ ਪਿਆ। ਸਿੱਖਾਂ ਦਾ ਇਹ ਹਮਲਾ ਇੰਨਾ ਜ਼ਬਰਦਸਤ ਸੀ ਕਿ ਬਹੁਤ ਸਾਰੇ ਅੰਗਰੇਜ਼ ਮਾਰੇ ਗਏ ਤੇ ਬਾਕੀ ਪਿੱਛੇ ਪਾਈ ਤੁਰੇ। ਪਰ ਅੰਗਰੇਜ਼ ਤੋਪਾਂ ਨੇ ਪਿਛਲੇ ਪਾਸਿਓਂ ਆਪਣੇ ਇੰਨੀਆਂ ਤੋਪਾਂ ਦੇ ਗੋਲੇ ਚਲਾਏ ਕਿ ਸਿੰਘਾਂ ਦੇ ਚੀਥੜੇ ਉੱਡਣੇ ਸ਼ੁਰੂ ਹੋ ਗਏ।
ਸੋ ਸ਼ਾਮ ਸਿੰਘ ਆਪਣੇ ਸਾਥੀਆਂ ਨਾਲ ਆਖਰੀ ਸਾਹਾਂ ਤੱਕ ਲੜਦਾ ਰਿਹਾ। ਕਨਿੰਘਮ ਲਿਖਦਾ ਕਿ ਸ਼ਾਮ ਸਿੰਘ ਦੀ ਤਾਰੀਫ ਕਰਦਾ ਉਹ ਲਿਖਦਾ ਹੈ ਕਨਿੰਘਮ ਕਿ ਲਾਲ ਸਿਉਂ ਤੇ ਤੇਜ ਸਿਉਂ ਦੀ ਗਦਾਰੀ ਦੇ ਬਾਵਜੂਦ ਸ਼ਾਮ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਪੁੱਤਰ ਵਾਂਗ ਜੂਝਿਆ ਅਤੇ ਸ਼ਹੀਦ ਹੋਇਆ। ਗ੍ਰਿਫਨ ਲਿਖਦਾ ਕਿ ਸ਼ਾਮ ਸਿੰਘ ਦੇ 7 ਗੋਲੀਆਂ ਲੱਗੀਆਂ ਤੇ ਉਹ ਸ਼ਹੀਦ ਹੋ ਗਿਆ। ਉਸ ਦੇ ਨਾਲ ਉਸ ਦੇ 50 ਬਹਾਦਰ ਸਾਥੀ ਵੀ ਸਿਰਫ ਤਲਵਾਰਾਂ ਦੇ ਨਾਲ ਹੀ ਆਖਰੀ ਦਮ ਤੱਕ ਲੜਦੇ ਰਹੇ। ਇਸ ਲੜਾਈ ਵਿੱਚ ਅੰਗਰੇਜ਼ਾਂ ਦੇ 320 ਫੌਜੀ ਮਾਰੇ ਗਏ ਤੇ 2083 ਜ਼ਖਮੀ ਹੋਏ, ਜਦੋਂ ਕਿ ਸਿੱਖਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਲਾਰਡ ਗਫ ਮੁਤਾਬਕ ਸਿੱਖਾਂ ਦੇ 8 ਤੋਂ 10,000 ਫੌਜੀ ਮਾਰੇ ਗਏ ਉੱਥੇ। ਗਦਾਰ ਲਾਲ ਸਿਉਂ ਤੇਜ ਸਿਉਂ ਇਹੋ ਤਾਂ ਚਾਹੁੰਦੇ ਸਨ, ਸਿੱਖ ਫੌਜ ਨੂੰ ਤਬਾਹ ਕਰਨਾ। ਹਿਊ ਮਰੇ ਲਿਖਦਾ ਕਿ ਪਹਿਲਾਂ ਕਿਸੇ ਨੇ ਵੀ ਇਸ ਤਰ੍ਹਾਂ ਦੀ ਬਹਾਦਰੀ ਅਤੇ ਯੋਗਤਾ ਨਾਲ ਅੰਗਰੇਜ਼ੀ ਫੌਜ ਦਾ ਟਾਕਰਾ ਨਹੀਂ ਸੀ ਕੀਤਾ। ਕਨਿੰਘਮ ਅਨੁਸਾਰ ਕਿਸੇ ਵੀ ਸਿੱਖ ਫੌਜੀ ਨੇ ਆਪਣੇ ਆਪ ਨੂੰ ਸਰੈਂਡਰ ਨਹੀਂ ਕੀਤਾ, ਆਤਮ ਸਮਰਪਣ ਨਹੀਂ ਕੀਤਾ। ਹਾਂ, ਸ਼ਾਮ ਸਿੰਘ ਅਟਾਰੀ ਤੇ ਉਸਦੇ ਸਾਥੀ ਹਮੇਸ਼ਾ ਲਈ ਇਤਿਹਾਸ ਵਿੱਚ ਅਮਰ ਹੋ ਗਏ, ਸ਼ਹੀਦੀਆਂ ਪਾ ਗਏ। ਤੋ ਸ਼ਾਹ ਮੁਹੰਮਦ ਲਿਖਦਾ ਕਿ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੇ। ਸਣੇ ਆਦਮੀ ਗੋਲਿਆਂ ਨਾਲ ਉੱਡਣ ਤੇ ਹਾਥੀ ਟੈਂਦੇ ਸਣੇ ਅੰਬਾਰੀਆਂ ਨੇ। ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ, ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ। ਤੇ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ। ਸੋ ਜਿਵੇਂ ਮੈਂ ਅੱਗੇ ਤੁਹਾਨੂੰ ਦੱਸਿਆ ਸੀ ਕਿ ਇਹ ਸਾਰਾ ਸੱਚ ਲਿਖਣ ਕਰਕੇ ਕਨਿੰਘਮ ਨੂੰ ਉਹਨਾਂ ਨੇ ਫੌਜ ਵਿੱਚੋਂ ਕੱਢ ਦਿੱਤਾ ਸੀ। ਸੋ ਇਹ ਆਖਰੀ ਲੜਾਈ ਸੀ ਸਿੱਖਾਂ ਅਤੇ ਗੋਰਿਆਂ 'ਚ। ਸੋ ਅਗਲੇ ਮਤਲਬ ਇਸ ਤੋਂ ਬਾਅਦ ਉਹਨਾਂ ਨੇ ਪੰਜਾਬ 'ਤੇ ਕਬਜ਼ਾ ਕਰਨਾ ਹੈ। ਕਿਹੜੀਆਂ ਸ਼ਰਤਾਂ ਰੱਖਦੇ ਨੇ ਉਹ ਸਾਰੀਆਂ ਤੁਹਾਡੇ ਨਾਲ ਮੈਂ ਸਾਂਝੀਆਂ ਕਰਾਂਗਾ। ਅਗਲੇ ਹਫ਼ਤੇ ਮੈਂ ਲਾਈਵ ਪ੍ਰੋਗਰਾਮ ਨਹੀਂ ਕਰਾਂਗਾ। ਸੋ ਉਸ ਤੋਂ ਅਗਲੇ ਹਫ਼ਤੇ ਫਿਰ ਆਪਾਂ, ਮੇਰਾ ਖਿਆਲ ਵਿਸਾਖੀ ਦਾ ਪ੍ਰੋਗਰਾਮ ਆ ਜਾਣਾ ਹੈ, ਅਤੇ ਵਿਸਾਖੀ ਦੇ ਪ੍ਰੋਗਰਾਮ ਤੋਂ ਬਾਅਦ ਫਿਰ ਆਪਾਂ ਇਹ ਜਿਹੜਾ ਅੰਗਰੇਜ਼ ਕਿਵੇਂ ਪੰਜਾਬ ਦੇ ਉੱਤੇ ਸਾਰਾ ਆਪਣਾ ਰਾਜ ਚਲਾਉਂਦੇ ਨੇ, ਕਿਵੇਂ ਕਬਜ਼ਾ ਕਰਦੇ ਨੇ, ਉਹ ਸਾਰੇ ਗੱਲ ਤੁਹਾਡੇ ਨਾਲ ਸ਼ੁਰੂ ਕਰਾਂਗੇ। ਸੋ ਆਓ ਹੁਣ ਆਪਾਂ ਸ਼ਾਮ ਸਿੰਘ ਅਟਾਰੀ, ਉਹਨਾਂ ਦੀ ਇੱਕ ਨਰਿੰਦਰ ਬੀਬਾ ਅਤੇ ਮੇਰਾ ਖਿਆਲ ਬਾਵਾ ਉਹਨਾਂ ਦੇ ਨਾਲ, ਸ਼ਾਇਦ ਉਹਨਾਂ ਨੇ ਇੱਕ ਗੀਤ ਗਾਇਆ ਇਹਨਾਂ ਦਾ, ਸ਼ਾਮ ਸਿੰਘ ਅਟਾਰੀ ਦਾ, ਉਹ ਆਪਾਂ ਸੁਣਨੇ। ਬੜਾ ਪਿਆਰਾ ਗੀਤ ਹੈ ਅਤੇ ਮੈਨੂੰ ਆਸ ਕਿ ਤੁਹਾਨੂੰ ਪਸੰਦ ਜ਼ਰੂਰ ਆਵੇਗਾ। ਅਤੇ 1 ਮਿੰਟ ਦੇ ਵਿੱਚ ਹੀ ਉਹ ਮੈਂ, ਹਾਂਜੀ, ਆਪਾਂ ਉਹ ਸੁਣਦੇ ਹਾਂ ਜੀ। ਆਓ। ਮਹਾਰਾਣੀ ਜਿੰਦਾ ਆਪਣੇ ਖੂਨ ਦੇ ਨਾਲ ਇੱਕ ਚਿੱਠੀ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਲਿਖਦੀ ਹੈ। ਖਾਲਸੇ ਦੀ ਸ਼ਾਨ ਦੇ ਲਈ ਲੜਦਾ ਲੜਦਾ ਅਟਾਰੀ ਵਾਲਾ ਸਰਦਾਰ ਕਿਵੇਂ ਸ਼ਹੀਦੀ ਪਾ ਗਿਆ। ਮਹਾਰਾਣੀ ਨੂੰ ਖਬਰ ਜਦ ਪਹੁੰਚੀ